ਜਿਹੜਾ ਸਿੰਘ ਤਾਰ, ਜਿਹੜਾ ਮੇਰਾ ਪਿਓ ਦਾ ਬੇਲੀ ਸੀ, ਉਹਦਾ ਪੁੱਤਰ ਹੈ ਬਚਨ ਸਿੰਘ। ਅਥਰੂ ਕਿਵੇਂ ਆ ਗਏ? ਬਸ ਅੱਜ ਨਾ ਉਹ ਬਾਬੇ ਆਉਣੇ ਨਾ ਉਹ ਸਿੱਖ ਆਉਣੇ। ਸਾਡਾ ਪਿਓ ਦਾ ਭਰਾ ਸੀ ਬਣਿਆ ਤੇ ਯਾਦਾਂ ਦੋ ਹੀ ਰਹਿਣਾ ਸਾਡੀਆਂ। ਮੇਰਾ ਨਾਂ ਜੀ ਨਾਇਤ ਅਲੀ ਮਲਦ ਸ਼ਾਹ ਮੁਹੰਮਦ ਰਾਈ ਬਰਾਦਰੀ ਜੀ। ਮੇਰੇ 12-13 ਸਾਲ ਉਮਰ ਹੈ। ਤੁਸੀਂ ਬੈਠੇ ਪਿੰਡੀ ਰਤਨ ਸਿੰਘ ਦੇ ਵਿੱਚ, ਇਹਦੇ ਆਲੇ ਦੁਆਲੇ ਜੋਈਆਂ ਵਾਲੇ ਲਾਂਦੇ ਪਾਸੇ, ਚੜ੍ਹਦੇ ਪਾਸੇ ਖੰਨਾ ਰੰਗੜਾ, ਦੱਖਣ ਪਾਸੇ ਚੱਕ ਸੇਖਮ, ਤੇ ਖੰਨਾ ਲਬਾਣਿਆਂ ਦਾ ਤੇ ਖੰਨਾ ਰੰਗੜਾਂ ਦਾ, ਪਹਾੜ ਵਾਲੇ ਪਾਸੇ ਖਟਾਲਾ ਵਿਰਕਾਂ। ਤਹਿਸੀਲ ਪਹਿਲੋਂ ਫਿਰੋਜ਼ ਵਾਲਾ ਸੀ ਤੇ ਹੁਣ ਤਹਿਸੀਲ ਮਰੀਜ਼ ਦੀ ਬਣ ਗਈ ਜੀ, ਜ਼ਿਲ੍ਹਾ ਸ਼ੇਖਪੁਰਾ। ਇਹ ਜੀ ਰਕਬਾ ਖਟਾਲੇ ਵਿਰਕਾਂ ਦਾ ਸੀ ਰਕਬਾ। ਜਿਵੇਂ ਜੋ ਉਹਨਾਂ ਦੀਆਂ ਪੈਲੀਆਂ ਦੂਰ ਸਨ, ਉਹਨਾਂ ਫਿਰ ਦੇ ਰਹੇ ਇੱਥੇ ਆਪਣੇ ਮਕਾਨ ਇੱਥੇ ਬਣਾ ਲਏ ਸਨ। ਉਹ ਦੋਵੇਂ ਚਾਚਾ ਭਤਰੀਆ, ਇੱਕ ਅਤਾਲ ਸਿੰਘ ਸੀ, ਇੱਕ ਰਵਚਾਲ ਸਿੰਘ ਸੀ, ਚਾਚਾ ਭਤਰੀਆ ਸਨ। ਉਹ ਫਿਰ ਆਏ ਉਹਨਾਂ ਆਪਣੀ ਜ਼ਮੀਨ ਤੇ ਆ ਕੇ ਤੇ ਇੱਥੇ ਮਕਾਨ ਬਣਾ ਲਿਆ। ਪੱਕੇ ਮਕਾਨ ਸਨ, ਦੁਆਲੇ ਚਮਾਰੇ ਸਨ ਦੋ, ਇੱਕ ਪਾਸੇ ਚਾਚਾ ਸੀ ਤੇ ਇੱਕ ਪਾਸੇ ਭਤਰੀਆ ਸੀ। ਉਹਨਾਂ ਅੰਦਰਲੇ ਪਾਸੇ ਕੱਚੀ ਇੱਟ ਸੀ, ਬਾਹਰ ਦੇ ਪੱਕੀਆਂ ਸਨ। ਫਿਰ ਉਹਨਾਂ ਦੀਵਾਰਾਂ ਦੇ ਵਿੱਚ ਉਹਨਾਂ ਅਲਮਾਰੀਆਂ, ਜਿਹੜੇ ਪੈਸੇ ਪੂਸੇ ਜਿਹੜੇ ਹੁੰਦੇ ਸਨ, ਜੋ ਵੀ ਹੁੰਦਾ ਸੀ, ਉਹ ਅਲਮਾਰੀਆਂ 'ਚ ਰੱਖ ਕੇ ਤੇ ਉਹਨਾਂ ਵਿੱਚ ਚੁਣ ਛੱਡੀਆਂ ਸਨ, ਕਿਸੇ ਨੂੰ ਪਤਾ ਨਾ ਲੱਗੇ। ਉਦੋਂ ਪਤਾ ਲੱਗਾ ਜਿਸ ਵੇਲੇ ਗਏ ਨੇ ਤੇ ਰਾਤ ਉਹ ਕੰਧਾਂ ਦੇ ਵਿੱਚ ਉਹਨਾਂ ਅਲਮਾਰੀਆਂ ਕੱਢੀਆਂ ਨੇ, ਤੇ ਫਿਰ ਪਤਾ ਲੱਗਾ ਕਿ ਲੋਕਾਂ ਨੂੰ ਕਿ ਬਾਕੀ ਸਾਡੇ ਪਿੰਡਿਆਂ ਨੂੰ ਤੇ ਇਹਨਾਂ ਦੇ ਕੰਧਾਂ ਦੇ ਵਿੱਚ ਅਲਮਾਰੀਆਂ ਬਣਾ ਕੇ ਸਾਲਸ਼ੇ ਵਿੱਚ ਰੱਖੀ। ਉਹ ਜਦੋਂ ਗਏ ਉਹਨੂੰ ਕੱਢ ਕੇ ਲੈ ਗਏ ਜੋ ਸੋਨਾ ਸੀ ਜਾਂ ਪੈਸਾ ਜੋ ਵੀ ਸੀ। ਉਹ ਘਰ ਦੋਵੇਂ ਇਕੱਠੇ ਸਨ। ਅੱਗੇ ਗੇਲ ਲੱਗਾ ਸੀ, 2-3 ਗੁਣ ਵਾਲੀ ਥਾਂ ਸੀ ਜਿੰਨੇ ਦੋਵੇਂ ਚਾਚਾ ਭਤਰੀਆ ਰਹਿੰਦੇ ਸਨ। ਫਿਰ ਉਹਨਾਂ ਦੀ ਬੈਠਕਾਂ ਵੱਖਰੀਆਂ ਸਨ, ਹਵੇਲੀਆਂ ਵੱਖਰੀਆਂ ਸਨ। ਮਕਾਨ ਇਹਨਾਂ ਹਟਾ ਕੇ ਨਵੇਂ ਬਣਾਏ ਨੇ। ਉਹਨਾਂ ਦੇ ਜਿਹੜਾ ਉਦੋਂ ਜਿਹੜੀ ਬੈਠਕ ਸੀ ਨਾ ਤਾਰ ਦੀ, ਉਹ ਅਜੇ ਤੱਕ ਇੱਥੇ ਬਦਾਲੀਆਂ ਅਰਾਈ ਸਨ ਤੇ ਮਾਛੀ ਸਨ। ਇੱਥੇ ਇੱਕ ਘਰ ਚੰਦੜਾਂ ਦਾ ਸੀ ਤੇ ਦੂਜੇ ਜਿਹੜੇ ਹਨ ਲੋਹਾਰ ਤਰਖਾਣ ਕੰਮੇ, ਉਹ ਇੱਕ ਦੋ ਘਰ ਉਹਨਾਂ ਪਰ ਆਪਣੇ ਕੋਲ ਬਾਇਆ ਸਨ। ਉੱਥੇ ਉਦੋਂ ਤਾਂ ਘਰ 6-7 ਘਰ ਸਨ ਰਾਈਆਂ ਦੇ ਤੇ 5 ਘਰ ਸਨ ਮਾਛੀਆਂ ਦੇ। ਇੱਕ ਘਰ ਚੰਦੜਾਂ ਦਾ ਸੀ ਤੇ ਦੂਜੇ ਸੇ ਕੰਮੇ ਸਨ। ਹੁਣ ਤੇ ਸਾਡੇ ਪਿੰਡ ਘਰ ਤੇ ਹੋ ਗਏ ਨੇ, ਮੈਂ ਕਿਹਾ 200 ਤੋਂ ਘਰ ਉੱਤੇ ਕਿਉਂ ਜੋ ਹੋ ਗਏ। ਜੋਈਆਂ ਵਾਲੇ ਸਕੂਲ ਸੀ, ਉੱਥੇ ਦਾਖਲ ਹੋਏ ਹਾਂ 47 ਤੋਂ ਬਾਅਦ। ਉਦੋਂ 53 'ਚ ਮੇਰੀ ਸ਼ਾਦੀ ਹੋਈ ਹੈ। ਉਦੋਂ 5ਵੀਂ ਪੜ੍ਹਨਾ ਜਦੋਂ ਮੇਰੀ ਸ਼ਾਦੀ ਹੋਈ। ਚਾਹ ਹੁੰਦਾ ਸੀ ਕਿ ਆਪਣੇ ਪੁੱਤਰ ਦਾ ਵਿਆਹ ਕਰੀਏ। ਉਦੋਂ ਜ਼ਮਾਨਾ ਹੋਰ ਸੀ, ਹੁਣ ਹੋਰ ਹੈ। ਉਹ ਸਾਡਾ ਰਹਿਣ ਸਹਿਣ ਤੇ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਧ ਸੀ। ਸਾਡਾ ਤਾਂ ਉਹਨਾਂ ਦਾ ਨਾ ਨਿਆਉਂਦਰਾ ਭਾਜੀ ਇਕੱਠਾ ਸੀ, ਮਰਨ ਜਾਉਣ ਇਕੱਠਾ ਸੀ। ਰਿਸ਼ਤੇਦਾਰਾਂ ਨਾਲੋਂ ਵੱਧ ਸਨ। ਧੀ ਨੂੰ ਧੀ ਸਮਝਦੇ ਸਨ, ਭੈਣ ਨੂੰ ਭੈਣ ਸਮਝਦੇ, ਇਹ ਸਾਂਝੇ ਸਨ। ਇਹ ਰਕਬਾ ਜਿਹੜਾ ਸੀ ਖਟਾਲੇ ਵਿਰਕਾਂ ਦਾ ਸੀ ਤੇ ਜਿਹੜਾ ਜੈਲਦਾਰ ਸੀ ਨਾ, ਉਹ ਜਿਸ ਵੇਲੇ ਆਉਂਦਾ ਸੀ ਰਤਨ ਸਿੰਘ ਉਹਦਾ ਦਾਦਾ ਸੀ। ਤੇ ਜੈਲਦਾਰ ਦਾ ਜਿਸ ਵੇਲੇ ਆਉਂਦਾ ਸੀ ਤੇ ਉਹ ਸਾਡੇ ਪਿੰਡ ਸੂਏ ਦੀ ਪੁਲੀ 2 ਗੁਪੇੜੀਆਂ ਪਿਛਾਂ ਉੱਥੇ ਉਤਰ ਪੈਂਦਾ ਸੀ। ਏਡਾ ਹਜ਼ਾਰ ਕਰਦਾ ਸੀ ਕਿ ਮੈਂ ਘੋੜੇ ਤੇ ਚੜ੍ਹ ਕੇ ਨਹੀਂ ਜਾਣਾ ਪਿੰਡ। ਜ਼ਿਮੀਂਦਾਰ ਸਨ, ਵਿਰਕ ਸਨ, ਮਾਲਕ ਸਨ ਤੇ ਦੂਜੇ ਸਨ ਨਾ ਫੜ ਨਹੀਂ ਬੈਠੇ, ਆਪਣੇ ਉਹਨਾਂ ਦਾ ਖਵਾਈ ਵਾਸਤੇ ਪਾਇਆ ਸਨ ਕਿ ਸਾਡੇ ਕੋਲ 4 ਘਰ ਬਹਿਣ ਦੇ ਤੇ ਸਾਡੀ ਜੀਤ ਹੋਵੇ ਦੀ। ਤੇ ਬੜਾ ਹਜ਼ਾਰ ਕਰਦੇ ਸਨ। ਉਹ ਜਿਹੜਾ ਸੀ ਨਾ ਜੈਲਦਾਰ ਦਾ ਰਕਬਾ ਸਾਰਾ ਪਿੰਡੀ ਦਾ ਉਹਨਾਂ ਦਾ ਸੀ। ਇਹਨਾਂ ਦੇ 2.5-3 ਮਰਬੇ ਨਾਲ ਵਿਚਾਰ ਤੇ ਤਾਰਦੇ ਸਨ। ਦੂਜਾ ਸਾਰਾ ਰਕਬਾ ਪਿੰਡ ਦਾ ਉਹਨਾਂ ਦਾ ਸੀ, ਜੈਲਦਾਰ ਦਾ। ਤੇ ਇਹ ਜਿਹੜੇ ਸਾਡੇ ਪਿੰਡ ਦੇ ਸਨ ਦੋਵੇਂ ਚਾਚਾ ਭਤਰੀਆ, ਇਹ 5-7 ਦਿਨ ਪਹਿਲੋਂ ਹੀ ਇੱਥੋਂ ਖਟਾਲੇ ਟੁੱਟ ਗਏ। ਸਾਰਾ ਖੁੰਬਾ ਸਾਰਾ ਉੱਥੇ ਜੋ ਉਹਨਾਂ ਦਾ ਕਬੀਲਾ ਸੀ ਬਰਾਦਰੀ ਸਾਰੇ ਇਕੱਠੇ ਹੋ ਗਏ ਸਨ। ਉਹਨੇ ਹਜੇ ਤੱਕ ਜਾਣਦੇ ਸਾਰੇ ਇਕੱਠੇ ਜਾਣਦੇ। 5-7 ਦਿਨ ਪਹਿਲੇ ਟੁੱਟ ਗਏ ਸਨ। ਬਿਲਕੁਲ ਅਮਨ ਚੈਨ ਨਾਲ ਭੈਣਾਂ ਭਰਾਵਾਂ ਕੋ ਗਏ ਨੇ, ਕਿਸੇ ਉਹਨਾਂ ਨੂੰ ਆਵਾਜ਼ ਹੀ ਨਹੀਂ ਮਾਰੀ। ਉਹਨੂੰ ਮਿਲਿਆ ਕਿਤੇ ਜਿਹੜੇ ਸਨ ਨਾ ਜਿਨ੍ਹਾਂ ਦੇ ਘਰਾਂ ਦਾ ਪਿਆਰ ਸੀ, ਉਹ ਉਹਨਾਂ ਨੂੰ ਜਿਵੇਂ ਬੰਦਾ ਵਿਦਿਆ ਕਰਦੇ ਤਾਂ ਰੋਏ ਨੇ ਤੇ ਫਿਰ ਕਿਸੇ ਨੂੰ ਯਾਰ ਸੀ ਮੱਥੇ ਲੱਗਣਾ ਕਿ ਨਹੀਂ ਲੱਗਣਾ। ਜਿਹੜਾ ਤਾਰ ਸੀ ਉਹ ਮੇਰੇ ਪਿਓ ਦਾ ਭਰਾ ਬਣਿਆ ਸੀ, ਮੇਰੇ ਵਾਲ ਦਾ। ਇਹ ਜਪਸੀਆਂ ਪਾ ਕੇ ਹੋਏ ਨੇ। 8 ਦਿਨ ਇੱਥੋਂ ਇਹਨਾਂ ਨੂੰ ਹੋ ਗਿਆ ਸਨ ਖਟਾਲੇ ਗਏ ਨੂੰ। ਤੇ ਫਿਰ ਰਾਤੋਂ ਰਾਤ ਇਹਨਾਂ ਦਾ ਕਾਫਲਾ ਟੁੱਟਿਆ ਇੱਥੋਂ। ਖਟਾਲਾ ਸਿੱਖਾਂ ਦਾ ਸੀ, ਉੱਥੇ ਬਰਾਦਰੀ ਜ਼ਿਆਦਾ ਸੀ। ਇਹ ਫਿਰ ਰਾਤ ਨੂੰ ਜੇ ਨਿਕਲੇ ਨੇ ਨਾ ਤੇ ਉਹਨੇ ਆਪਣੀ ਮਾਂ ਵੀ ਤੇ ਆਪਣੀ ਭੈਣ ਵੀ ਤੇ ਆਪਣੀ ਬੀਵੀ ਆਪ ਆਪਣੇ ਹੱਥੀਂ ਮਾਰੀ ਏ। ਪਤਾ ਕਰ ਦਿੱਤਾ ਕਿ ਰਾਜ ਕੋਈ ਕੀ ਪਤਾ ਕੀ ਜਾਣਾ ਕਿੱਧਰ ਹੋਣਾ ਤੇ ਸਾਡੀਆਂ ਇੱਟਾਂ ਨਾਲ ਲੱਥੀ ਜਾਣ। ਆਪ ਘੋੜੀ ਤੇ ਕੱਲਾ ਚੜ ਗਿਆ। ਦੂਜੇ ਦਾ ਚਾਚਾ ਜਿਹੜਾ ਸੀ ਉਹ ਆਪਣਾ ਬਾਲ ਬੱਚਾ ਨਾਲ ਲੈ ਗਿਆ ਸੀ। ਉਹਨੇ ਆਖਿਆ ਅੱਲਾ ਦੇ ਬੰਦੇ ਕਿਉਂ ਇਹ ਕੰਮ ਤੂੰ ਨਹੀਂ ਜਾਰੀ। ਉਹਨੇ ਆਖਿਆ ਚਾਚਾ ਗੱਲ
ਕੀ ਪਤਾ ਕਿੱਥੇ ਕਿੱਥੇ ਰੋਣਾ ਤੇ ਕੀ ਹੋਣਾ ਤੇ ਸਾਡੇ ਸਾਹਮਣੇ ਤਾਂ ਨਾ ਕੋਈ ਇਹਦੇ ਉੱਤੇ ਇਹ ਉੱਥੇ ਖਿਡਾਰੇ ਜਾ ਕੇ ਮਾਰੇ ਇੱਥੋਂ ਬਿਲਕੁਲ ਸਹੀ ਗਏ ਨੇ। ਮੈਂ ਪਹਿਲਾਂ ਜਿਸ ਨੇ ਤੋਂ ਗਿਆ ਨਾ ਉਹਨੇ ਸ਼ਾਇਦ ਛੱਡ ਕੇ ਕੋਈ ਨਹੀਂ ਗਿਆ, ਆਪਣੇ ਵਿਚਾਰੇ ਰੋਂਦੇ ਕਲਾਉਂਦੇ ਗਏ ਨੇ। ਇਹ ਘਰ ਵਾਸ ਦਾ ਘਰ ਬਣੇ ਤੇ ਘਰੋਂ ਜਦੋਂ ਨਿਕਲੇ ਬੰਦਾ, ਹੁਣ ਸਾਡੇ ਪਰ ਕਿਸੇ ਝੁੱਗੀ ਕੱਖਾਂ ਦੀ ਹੋਵੇ ਤਾਂ ਉਹਨੂੰ ਛੱਡਣੀ ਉਹ ਬੜੀ ਔਖੀ ਹੈ। ਤੇ ਜਿਸ ਵੇਲੇ ਗਏ ਨੇ ਤਾਂ ਨਿਕਲੇ ਨੇ ਤੇ ਭੱਟੀਆਂ ਵਾਲੇ ਦੇ ਕੋਲ ਉਹ ਪ੍ਰਧਾਨ ਸੀ ਉਹਨਾਂ ਜਿਹੜੇ ਲੱਕੜਾਂ ਲੈਣ ਵਾਲੇ, ਉਹਨੇ ਆਖਿਆ ਪਤਾ ਨਹੀਂ ਅੱਲਾ ਜਿਹਨੇ ਕੀ ਬਣ ਕੇ ਮੈਨੂੰ ਪੈ ਗਿਆ ਤੇ ਉਹਨੇ ਫੈਰੇ ਸ਼ੁਰੂ ਕਰ ਦਿੱਤੇ। ਉਹਨੇ ਬੰਦੇ ਮਾਰੇ ਨੇ, ਉਹਨੇ 10 ਮਾਰੇ ਨੇ, 20 ਮਾਰੇ ਨੇ, 100 ਮਾਰਿਆ। ਉਹ ਅੱਲਾ ਨੂੰ ਪਤਾ ਜਾਂ ਉਹਨਾਂ ਨੂੰ ਪਤਾ। ਇਹ ਸਭ ਲੋਕ ਆਪਣੇ ਭੈਣਾਂ ਭਰਾਵਾਂ ਕੋਲ ਨਿਕਲੇ ਉਹਨਾਂ ਨੇ। ਉਹ ਜੈਲਦਾਰ ਤੇ ਉਹਦੀ ਜ਼ਮੀਨ ਹੀ ਤੇ ਸਾਡੇ ਪਿੰਡ ਪਿੰਡੀ ਸੀ। ਉਹ ਜਦੋਂ ਆਉਂਦਾ ਸੀ ਤੇ ਉਹ ਬੰਦਿਆਂ ਨਾਲ ਉਹ ਬਹੁਤ ਹੀ ਚੰਗਾ ਸਲੂਕ ਕਰਦਾ ਸੀ। ਘੋੜੇ ਤੇ ਆਉਂਦਾ ਹੁੰਦਾ ਸੀ, ਆਪਾਂ ਜੇ ਪੁਲੀ ਤੋਂ ਉਹਨਾਂ ਉਤਰ ਕੇ ਤੇ ਫਿਰ ਉਹ ਜਿਹੜਾ ਚੌਕੀਦਾਰ ਸਾਨੂੰ ਉਹਨਾਂ ਘੋੜੀ ਫੜ ਦੇਣ ਤੋਂ ਉਹਨੇ ਆ ਕੇ ਤੇ ਬਹਿਣਾ ਚੱਲਾਂ ਪਤਾ ਬੰਦਿਆਂ ਨੂੰ ਪੁੱਛਣ ਵੀ ਕਿਸੇ ਨੂੰ ਤਕਲੀਫ, ਕਿਸੇ ਨੂੰ ਬਾਲਾਂ ਨੂੰ ਕਿਸੇ ਦਾ ਵਿਆਹ ਕੋਈ ਸ਼ਾਦੀ ਹੋਵੇ ਤਾਂ ਦੱਸਿਆ ਜੇ। ਉਹ ਸਾਰੇ ਬੰਦੇ ਜਿਹੜੇ ਉਹਨਾਂ ਸਾਰਿਆਂ ਨੂੰ ਪੁੱਛਦਾ ਸੀ। ਜਿਹੜਾ ਸਿੰਘ ਤਾਰ ਜਿਹੜਾ ਮੇਰਾ ਪਿਓ ਦਾ ਬੇਲੀ ਸੀ, ਉਹਦਾ ਪੁੱਤਰ ਆਇਆ ਬਚਨ ਸਿੰਘ, ਉਦੋਂ 17 ਸਾਲਾਂ ਦਾ ਸੀ ਜਦੋਂ। ਉਹਨੇ ਫਿਰ ਦੱਸਿਆ ਜਾ ਕੇ ਕਈ ਸਾਂ ਖਟਾਲੇ ਦੇ ਕੋਲ ਸਾਡਾ ਪਿੰਡ ਹੈ ਤੇ ਉਹ ਫਿਰ ਨਕਸ਼ਾ ਫਿਰ ਸਾਰਾ ਹੁੰਦੇ ਨੇ। ਉਹ ਫਿਰ ਇੱਥੇ ਆਇਆ, ਉਹਨੇ ਫਿਰ ਦੱਸਿਆ। ਉਹਨੇ ਫਿਰ ਮੇਰੇ ਪਿਓ ਦਾ ਨਾਂ ਲਿਆ, ਸ਼ਬਦ ਉਹਨੂੰ ਮਿਲਿਆ ਤੇ ਮੇਰੇ ਤੂੰ ਬਾਪੂ ਦਾ ਭਰਾ ਹੈ। ਤੇ ਉਹਨੇ ਫਿਰ ਮੇਰੇ ਪਿਓ ਨੇ ਪੁੱਛਿਆ ਵੀ ਤੇਰਾ ਬਾਪੂ ਜਿਉਂਦਾ? ਉਹਨੇ ਬਿਲਕੁਲ ਜਿਉਂਦਾ ਨਾ, ਉਹਨਾਂ ਨੂੰ ਫਿਰ ਰਾਤੀ ਕਿਹਾ ਆਵੇ। ਫਿਰ ਉਹ ਆਪ ਆਇਆ, ਫਿਰ ਬਾਅਦ ਵਿੱਚ ਅਤਾਰ ਸਿੰਘ ਆਇਆ। ਇਹਨਾਂ ਨੇ ਰਾਜਪੂਤਾਂ ਨੇ ਰੋਟੀ ਨਹੀਂ ਪਕਾਈ। ਇਹ ਫਿਰ ਕੋਈ ਵੀ ਨਹੀਂ ਆਇਆ ਕਿ ਬੜਾ ਮਾਰਨ। ਹੁਣ ਇਸ ਗੱਲ ਨੂੰ ਬਹੁਤ 10-15 ਸਾਲ 20 ਸਾਲ ਹੋ ਚੱਲੇ ਨੇ, ਜ਼ਿੰਦਗੀ ਦਾ ਪਤਾ ਕੋਈ ਨਹੀਂ। ਹੁਣ ਜਦੋਂ ਉਹਨਾਂ ਦਾ ਵੀ ਦਿਲ ਕਰਦਾ ਤਾਂ ਅਸੀਂ ਚਲੋ ਆਉਣ ਦੇ। ਸਾਡੇ ਉਹ ਮਾਂ ਪਿਓ ਦੇ ਬੇਲੀ ਸਨ, ਚਾਚਿਆਂ ਦੇ ਬਾਬਿਆਂ ਦੇ ਭਰਾ ਬਣੇ ਸਨ ਤੇ ਅਸੀਂ ਦੋਸੇ ਨਿਗਾਹ ਨਾਲ ਉਹਨਾਂ ਨੂੰ ਪਛਾਣਦੇ ਨੇ। ਤੇ ਸਾਡੇ ਉਦੋਂ ਵਿਚਾਰਾ ਵਡੇਰਾ ਹੋ ਗਿਆ ਜਦੋਂ ਇੱਥੇ ਆਇਆ, ਉਦੋਂ ਜਨ ਸਿੰਘ ਬਣ ਹੋਵੇ ਉਹਦਾ ਮੁੰਡਾ ਜਿਹੜਾ ਉਹਨਾਂ ਦੇ ਉਹ ਆਉਣ ਜੋ ਸਦਕੇ ਹੁਣ 100 ਸਾਲ ਬਿਲਕੁਲ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ। ਸਾਨੂੰ ਖੁਸ਼ੀ ਹੋਵੇ ਨੇ ਸਾਡੇ ਪਿੰਡ ਦੇ ਅਸਲ ਮਾਰਾ ਖੋਹ ਸਨ ਤੇ ਅਸੀਂ ਬਿਲਕੁਲ ਉਹਨਾਂ ਨੂੰ ਖੁਸ਼ ਹੋ ਕੇ ਮਿਲਾਂਗੇ। ਅਥਰੂ ਕਿਵੇਂ ਆ ਗਏ? ਬਸ ਅੱਜ ਨਾ ਉਹ ਬਾਬੇ ਆਉਣੇ ਨਾ ਉਹ ਸਿੱਖ ਆਉਣੇ। ਸਾਡਾ ਪਿਓ ਦਾ ਭਰਾ ਸੀ ਬਣਿਆ ਤੇ ਯਾਦਾਂ ਦੋ ਹੀ ਨੇ ਨਾ ਸਾਡੀਆਂ।